ਅੱਜ ਜੋ ਸ਼੍ਰੋਮਣੀ ਅਕਾਲੀ ਦਲ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਪਰਿਵਾਰ ਸ਼ਾਮਲ ਹੋਏ ਆ ਕਾਂਗਰਸ ਪਾਰਟੀ ਨੂੰ ਛੱਡ ਕੇ ਔਰ ਜਿਹੜੀ ਉਹ ਦੋ ਭਰਾਵਾਂ ਦੀ ਪਾਰਟੀ ਹੈ ਉਹਨਾਂ ਨੂੰ ਛੱਡ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਆਏ ਆ। ਮੈਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਵੱਲੋਂ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਵੱਲੋਂ ਉਹਨਾਂ ਨੂੰ ਜੀ ਆਇਆਂ ਨੂੰ ਕਹਿਣਾ ਔਰ ਮੈਂ ਸਮਝਦਾ ਕਿ ਅੱਜ ਜੋ ਪੰਜਾਬ ਦੇ ਹਾਲਾਤ ਨੇ ਅੱਜ ਸਮਾਂ ਆ ਗਿਆ ਕਿ ਲੋਕ ਕਾਂਗਰਸ ਪਾਰਟੀ ਨੂੰ ਜਿਹੜੇ ਉਹਨਾਂ ਦੇ ਵਾਅਦੇ ਕੀਤੇ ਸਨ ਔਰ ਜਿਸ ਵਾਅਦੇ 'ਚ ਉਹਨਾਂ ਨੇ ਡਾਕਟਰ ਮਨਮੋਹਨ ਸਿੰਘ ਜੀ ਦੀ ਸ਼ਮੂਲੀਅਤ ਵੀ ਰੱਖੀ, ਸੋਨੀਆ ਗਾਂਧੀ ਨੇ ਵੀ ਉਸ ਮੈਨੀਫੈਸਟੋ ਨੂੰ ਔਰ ਰਾਹੁਲ ਗਾਂਧੀ ਨੇ ਵੀ ਉਸ ਮੈਨੀਫੈਸਟੋ ਨੂੰ ਐਲਾਨਿਆ ਔਰ ਮੁੜ ਕੇ ਉਸ ਮੈਨੀਫੈਸਟੋ ਦੇ ਬੇਸਿਸ ਤੇ ਜਿਹੜੇ ਮੌਜੂਦਾ ਪ੍ਰਧਾਨ ਨੇ ਜਿਹੜੇ ਸੌਦੇ ਸਾਧ ਦਾ ਚੇਲਾ ਰਾਧੇ ਮਾਂ ਦਾ ਚੇਲਾ ਉਹਨੇ ਕਾਂਗਰਸ ਪਾਰਟੀ ਦਾ ਲੜ ਪੱਲਾ ਫੜਿਆ, ਤਲਵੰਡੀ ਸਾਬੋ ਦੀ ਪਵਿੱਤਰ ਧਰਤੀ ਤੇ ਜਾ ਕੇ ਸਹੁੰਆਂ ਖਾਧੀਆਂ, ਲੋਕਾਂ ਤੋਂ ਫਾਰਮ ਭਰਾਏ। ਅੱਜ ਉਹ ਸਾਰੇ ਹੀ ਉਸ ਮੈਨੀਫੈਸਟੋ ਦੇ ਜਵਾਬਦੇਹੀ ਨੇ ਔਰ ਉਹਦੇ 'ਚ ਵੱਡੀਆਂ ਗੱਲਾਂ, ਸਭ ਤੋਂ ਪਹਿਲਾਂ ਤਾਂ ਕਿਸਾਨੀ ਪਰਿਵਾਰਾਂ ਨਾਲ ਧੋਖਾ, ਫਿਰ ਇਹ ਗੱਲ ਕਹਿ ਦੇਣੀ ਕਿ ਸਾਰਾ ਕਰਜ਼ਾ ਮਾਫ ਹੋਊਗਾ ਔਰ ਅੱਜ ਆਪਾਂ ਨੂੰ ਵੀ ਪਤਾ ਹੈ ਕਿ ਕਿਸਾਨੀ ਦਾ ਖੁਦਕੁਸ਼ੀ ਦਾ ਵੱਡਾ ਕਾਰਨ ਕਿਉਂਕਿ ਕਿਸਾਨੀ ਲਾਹੇਵੰਦ ਧੰਦਾ ਨਹੀਂ ਰਹੀ ਹੈ ਔਰ ਦੋ ਚੀਜ਼ਾਂ ਜਿਹੜੀ ਸੂਬੇ ਸਰਕਾਰ ਕੰਟਰੋਲ ਕਰ ਸਕਦਾ ਸੀ ਮਗਰ ਸੂਬਾ ਸਰਕਾਰ ਨੇ ਉਹਦੇ ਤੇ ਕੰਟਰੋਲ ਨਹੀਂ ਬਲਕਿ ਉਹਦੇ ਚੋਂ ਮੁਨਾਫਾ ਕਮਾਉਣਾ ਸ਼ੁਰੂ ਕੀਤਾ। ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ 10,000 ਕਰੋੜ ਸਾਲਾਨਾ ਜਿਵੇਂ ਜਿਵੇਂ ਰੇਟ ਸੈਂਟਰ ਸਰਕਾਰ ਵਧਾਉਂਦੀ ਹੈ ਉਹਦੇ ਤੋਂ ਮੁਨਾਫਾ ਸੂਬੇ ਦੀ ਸਰਕਾਰ ਕਮਾਉਂਦੀ ਹੈ ਔਰ ਬੋਝ ਪੰਜਾਬ ਦੇ ਲੋਕਾਂ ਤੇ ਪੈਂਦਾ। ਨਾ ਤਾਂ ਉਹਨਾਂ ਦੇ ਕਰਜ਼ੇ ਮਾਫ ਕੀਤੇ ਪੂਰਨ, ਨਾ ਇਹ ਗੱਲ ਕੀਤੀ ਕਿ ਅਸੀਂ ਜਿਹਦਾ ਖੁਦਕੁਸ਼ੀ ਕਰ ਜਾਣਗੇ ਉਹਨਾਂ ਦੇ ਪਰਿਵਾਰਾਂ ਨੂੰ ਇੱਕ ਨੌਕਰੀ ਮਿਲਣੀ ਸੀ, ਨਾ ਉਹਨਾਂ ਨੂੰ ਨੌਕਰੀ ਨਹੀਂ ਦਿੱਤੀ, ਉਹਨਾਂ ਨੂੰ 10 ਲੱਖ ਮਦਦ ਦੇ ਤੌਰ ਤੇ ਨਹੀਂ ਦਿੱਤੀ ਮਗਰ ਨੌਕਰੀ ਦਿੱਤੀ ਤੇ ਘਰ ਘਰ ਨਹੀਂ ਦਿੱਤੀ, ਨੌਕਰੀ ਦਿੱਤੀ। ਬੇਰੋਜ਼ਗਾਰ ਨੌਜਵਾਨ, ਅਨਪੜ੍ਹ ਨੌਜਵਾਨ, ਬੇਅੰਤ ਸਿੰਘ ਦੇ ਪੋਤਰੇ ਨੂੰ ਜਿਹਦਾ ਇੱਕ ਭਰਾ ਡਿਪਟੀ, ਇੱਕ ਭਰਾ MP, ਦੂਜਾ ਭਰਾ MLA, ਤੀਜਾ ਭਰਾ ਐਜੂਕੇਸ਼ਨ ਕੁਆਲੀਫਿਕੇਸ਼ਨ ਉਹਦੀਆਂ ਧੱਜੀਆਂ ਉਡਾ ਕੇ ਉਹਨੂੰ DSP ਭਰਤੀ ਕਰਤਾ। ਜਿਹਨੇ 33 ਕਰੋੜ ਆਪਣੀ ਸੰਪत्ति ਐਲਾਨੀ ਹੋਵੇ ਉਹਦੇ ਮੁੰਡੇ ਨੂੰ ਇੰਸਪੈਕਟਰ ਲਾਤਾ। ਔਰ ਤੀਜੀ ਜਿਹੜੀ ਵੱਡੀ ਗੱਲ ਹੈ ਕਿ ਇੱਥੋਂ ਦੇ ਜਿਹੜੇ 6 ਵਾਰੀ ਵਿਧਾਇਕ ਬਣੇ ਜਿਨ੍ਹਾਂ ਦੀ ਪੈਨਸ਼ਨ ਮੈਨੂੰ ਲੱਗਦਾ 5-10 ਲੱਖ ਰੁਪਈਆ ਆਉਣੀ ਉਹਨਾਂ ਦੇ ਮੁੰਡੇ ਨੂੰ ਨਾਇਬ ਤਹਿਸੀਲਦਾਰ। ਮੈਂ ਕਾਂਗਰਸ ਜਿਹਨੂੰ ਮਰਜ਼ੀ ਨੌਕਰੀ ਦੇਵੇ ਮਗਰ ਪਹਿਲਾਂ ਜਿਹੜੇ ਲੋੜਵੰਦ ਪਰਿਵਾਰ ਸੀ, ਹੋਣਹਾਰ ਪਰਿਵਾਰ ਸੀ ਜਾਂ ਜਿਨ੍ਹਾਂ ਨੇ ਓਲੰਪਿਕਸ 'ਚ ਐਡਾ ਵਧੀਆ ਪ੍ਰਦਰਸ਼ਨ ਕੀਤਾ ਜਾਂ ਖੇਡਾਂ 'ਚ ਕੀਤਾ, ਪਹਿਲਾਂ ਉਹਨਾਂ ਦੀ ਸਾਰ ਪੁੱਛਣੀ ਬੜੀ ਜ਼ਰੂਰੀ ਸੀ। ਔਰ ਦੂਜੀ ਗੱਲ ਜਿਹੜੇ ਬਿਜਲੀ ਦੇ ਰੇਟ ਜੋ ਸਾਡੇ ਵੇਲੇ ਇੱਕ ਤਾਂ 24 ਘੰਟੇ ਬੱਤੀ ਆਉਂਦੀ ਸੀ ਔਰ ਰੇਟ 5-5.5 ਰੁਪਏ ਦੇ ਨੇੜੇ ਤੇੜੇ ਸੀ। ਅੱਜ ਜਿਹੜੇ PPA ਨੂੰ ਗਲਤ ਠਹਿਰਾਉਂਦੇ ਆ ਇਹ ਉਦੋਂ ਠੋਕੋ ਤਾਲੀ ਨਾਲ ਤਾਲੀ ਠੋਕਦੀ ਹੁੰਦੀ ਸੀ ਜਦੋਂ ਇਹਦੀ ਤਾਂ ਮੌਜ ਲੱਗੀ ਆ। ਉਦੋਂ ਸਾਡੀ ਸਰਕਾਰ ਵੇਲੇ ਹੁਣ ਇੱਧਰਲੀ 'ਚ ਕਦੇ ਇਹ ਛਤਰੀ ਤੇ ਕਦੇ ਉਹ ਛਤਰੀ ਤੇ, ਇਹਨੇ ਤਾਂ ਦੋਵੇਂ ਸਰਕਾਰਾਂ ਵਧੀਆ ਹੰਢਾ ਲੀਆਂ ਔਰ ਇੱਕ ਨਵਾਂ ਤਰੀਕਾ ਅਪਣਾ ਲਿਆ ਕਿ ਜਦੋਂ 4.5 ਸਾਲ ਪੂਰੇ ਹੁੰਦੇ ਆ, ਜਿਹੜੀ ਮੈਂ ਕਿਹਾ ਸੀ ਗੱਲ ਕਪਤਾਨ ਸਾਹਿਬ ਨੂੰ ਵੀ, ਮੈਂ ਕਿਹਾ ਜਿਹੜਾ ਤੁਹਾਡੇ ਗੋਡੀ ਹੱਥ ਲਾ ਰਿਹਾ ਇਹਨੇ ਤੁਹਾਡੀ ਪੱਗ ਨੂੰ ਪੈਣਾ, ਇਹਦਾ ਪੁਰਾਣਾ ਇਤਿਹਾਸ ਹੈ ਔਰ ਪਾਪਾ ਬਦਲਣ 'ਚ ਹੁਸ਼ਿਆਰ ਹੈ। ਮੈਂ ਕਿਹਾ ਜਿਵੇਂ ਦਵਾਈ ਦੀ ਐਕਸਪਾਇਰੀ ਡੇਟ ਹੁੰਦੀ ਹੈ ਇਹਦੀ ਵੀ ਐਕਸਪਾਇਰੀ ਡੇਟ ਹੈ ਇੱਕ, ਔਰ ਵਿਧਾਨ ਸਭਾ 'ਚ ਮੇਰਾ ਭਾਸ਼ਣ ਹੈ 17 ਦਾ ਔਰ ਉਹੀ ਹਾਲ ਹੋਇਆ। ਉਦੋਂ ਬੀਬੀ ਭੱਠਲ ਦੇ ਹੱਥ ਨਹੀਂ ਲਾਉਂਦਾ ਸੀ ਗੋਡਿਆਂ ਨੂੰ ਕਿ ਕਿਤੇ ਕਪਤਾਨ ਨਾਰਾਜ਼ ਨਾ ਹੋ ਜੇ। ਉਸ ਦਿਨ ਮੈਂ ਵੇਖਿਆ ਜਿਵੇਂ ਥੁੱਕ ਸਿੱਟੀ ਗਿਆ ਤੇ ਨਾਲ ਹੀ ਬੀਬੀ ਦੇ ਲਾਤੇ ਤੇ ਕਪਤਾਨ ਨੂੰ ਭੁੱਲ ਗਿਆ। ਜਿਹੜੇ ਇਹ ਜੀ ਰਾਜਨੀਤੀ ਕਰਦੇ ਆ ਉਹਨਾਂ ਨੂੰ ਮੈਨੂੰ ਸਿੱਧਾ ਇੱਕੋ ਸਵਾਲ ਹੈ ਕਿ ਜਿਹੜੇ ਵਾਅਦੇ ਕੀਤੇ ਸੀ ਘਰ ਘਰ ਨੌਕਰੀ ਦੇ, ਸਸਤੀ ਬਿਜਲੀ ਦੇ, ਤੁਸੀਂ ਜੋ ਹੋਰ ਵਾਅਦੇ ਕੀਤੇ ਸੀ ਪੈਨਸ਼ਨ ਦੇ, ਸ਼ਗਨ ਸਕੀਮ ਦੇ, ਮੁਲਾਜ਼ਮਾਂ ਨੂੰ ਭੱਤੇ ਦੇਣ ਦੇ,
ਉਹ ਵਾਅਦੇ ਪੂਰੇ ਕਰੋ। ਲੋਕਾਂ ਨੂੰ ਉਹੀ ਜਿਹੜੇ ਜਿਨ੍ਹਾਂ ਤੇ ਵੱਡੇ ਵੱਡੇ ਇਲਜ਼ਾਮ ਲੱਗੇ ਆ ਅੱਜ ਉਹ ਤੁਹਾਡੇ ਕੋਲ ਆ ਗਏ ਆ। ਤੁਸੀਂ ਕੋਈ ਡਰਾਈ ਕਲੀਨਿੰਗ ਦੀ ਦੁਕਾਨ ਨਹੀਂ ਖੋਲੀ ਕਿ ਉਧਰ ਚੋਰ ਸੀ, ਅੱਜ ਤੇਰੇ ਕੋਲ ਆ ਗਿਆ ਤੇ ਉਹ ਸਾਧ ਹੋ ਗਿਆ। ਇਹ ਸਾਰੀ ਚੀਜ਼ਾਂ ਲੋਕਾਂ ਨੇ ਇਹਦਾ ਸਪਸ਼ਟ ਸਵਾਲ ਪੁੱਛਣਾ ਹੈ। ਚਲੋ ਬਾਕੀ ਐਡਵਾਈਜ਼ਰ ਤਾਂ ਉਹਨਾਂ ਨੇ ਲਾਏ, ਮੈਨੂੰ ਕੀ ਹੈ ਕੋਈ ਕਿਸੇ ਨੂੰ ਐਡਵਾਈਜ਼ਰ ਲਾਵੇ ਜਾਂ ਕੋਈ ਪ੍ਰਧਾਨ ਬਣੇ, ਮਗਰ ਹਾਸਾ ਤਾਂ ਜ਼ਰੂਰ ਆਉਂਦਾ ਕਿ ਜਿਹੜਾ ਕਹਿੰਦਾ ਸੀ ਕਾਂਗਰਸ ਮੁੰਨੀ ਨਾਲੋਂ ਵੱਧ ਬਦਨਾਮ ਹੈ, ਸ਼ੀਲਾ ਨਾਲੋਂ ਵੱਧ ਨਿਲਾਮ ਹੈ, ਅੱਜ ਉਸ ਕਾਂਗਰਸ ਦਾ ਜਿਹੜਾ ਪ੍ਰਧਾਨ ਬਣਿਆ, ਜਿਹੜਾ ਕਹਿੰਦਾ ਸੀਗਾ ਕਿ ਰਾਹੁਲ ਗਾਂਧੀ ਤਾਂ ਪੱਪੂ ਹੈ, ਅੱਜ ਪਾਪਾ ਬਣ ਗਿਆ। ਉਹਨੇ 4 ਐਡਵਾਈਜ਼ਰ ਲਾਏ। ਐਮਪੀ ਤਾਂ ਕਿਸੇ ਦਾ ਐਡਵਾਈਜ਼ਰ ਕੀ ਬਣਦਾ, ਐਮਪੀ ਤਾਂ ਚੁਣਿਆ ਲੋਕਾਂ ਦਾ ਨੁਮਾਇੰਦਾ, ਮਗਰ ਇੱਕ ਮੁਸਤਫਾ ਸਾਹਿਬ ਛੱਡ ਗਏ। ਔਰ ਇੱਕ ਮੈਂ ਗਰਗ ਸਾਹਿਬ ਦੀ ਵੀ ਵੀਡੀਓ ਵੇਖੀ, ਕਹਿੰਦੇ ਮੈਂ ਕਿਸੇ ਦਾ ਐਡਵਾਈਜ਼ਰ ਨਹੀਂ, ਮੈਂ ਤਾਂ ਸਾਰੇ ਪੰਜਾਬ ਨੂੰ ਐਡਵਾਈਜ਼ ਕਰੂੰਗਾ। ਤੀਜੇ ਆ ਮੱਲੀ ਸਾਹਿਬ ਨੂੰ ਲਾਇਆ, ਮੇਰਾ ਮਾਲੀ ਨੂੰ, ਬਲਵਿੰਦਰ ਮਾਲੀ ਨੂੰ, ਚਲੋ ਜਿਹਨੂੰ ਮਰਜ਼ੀ ਲਾਉਣ, ਮਗਰ ਮੇਰਾ ਕਾਂਗਰਸ ਪਾਰਟੀ ਨੂੰ, ਰਾਹੁਲ ਗਾਂਧੀ ਨੂੰ ਇਹ ਸਵਾਲ ਹੈ ਕਿਉਂਕਿ ਤੁਹਾਡੇ ਪੀਪੀਸੀਸੀ ਦੇ ਪ੍ਰਧਾਨ ਨੇ ਆਹ ਅਪਾਇੰਟਮੈਂਟ ਲੈਟਰ ਹੈ, ਆਹ ਉਹਨਾਂ ਦੀ ਟਵੀਟ ਹੈ। ਉਹ ਕੀ ਕਹਿ ਰਹੇ ਟਵੀਟ 'ਚ, ਕਸ਼ਮੀਰ ਕਸ਼ਮੀਰੀ ਲੋਕਾਂ ਦਾ ਦੇਸ਼ ਹੈ, ਕਸ਼ਮੀਰ ਕਸ਼ਮੀਰੀ ਲੋਕਾਂ ਦਾ ਦੇਸ਼ ਹੈ। ਤੇ ਕੀ ਕਸ਼ਮੀਰੀ ਭਾਰਤ ਦੇ ਨਾਗਰਿਕ ਨਹੀਂ? ਕਸ਼ਮੀਰ ਕਸ਼ਮੀਰੀ ਲੋਕਾਂ ਦਾ ਦੇਸ਼ ਹੈ। 1947 ਵਿੱਚ ਇੰਡੀਆ ਨੂੰ ਛੱਡਣ ਮੌਕੇ ਤੈਅ ਹੋਏ ਅਸੂਲਾਂ ਤੇ UNO ਦੇ ਫੈਸਲਿਆਂ ਤੇ ਭਾਰਤ ਨਾਲ ਕਸ਼ਮੀਰ ਦੇ ਇਲਹਾਕ ਦੇ ਫੈਸਲਿਆਂ ਦੀ ਉਲੰਘਣਾ ਕਰਕੇ ਕਸ਼ਮੀਰ ਦੇਸ਼ ਦੇ 2 ਟੋਟੇ ਕਰਕੇ ਉਸ ਉੱਪਰ ਪਾਕਿਸਤਾਨ ਤੇ ਭਾਰਤ ਨੇ ਕਬਜ਼ਾ ਕੀਤਾ ਹੋਇਆ। ਮੈਂ ਅੱਜ ਰਾਹੁਲ ਗਾਂਧੀ ਨੂੰ ਪੁੱਛਣਾ ਚਾਹੁੰਦਾ ਕਿ ਪੰਡਿਤ ਜਵਾਹਰ ਲਾਲ ਨਹਿਰੂ ਤੇ ਸ਼ੇਖ ਅਬਦੁੱਲਾ ਦਾ ਫੈਸਲਾ ਸੀ, ਅੱਜ ਕੀ ਤੁਸੀਂ ਦੱਸ ਦਿਓ ਕਿ ਭਾਰਤ ਦੇਸ਼ ਨੇ ਜੰਮੂ ਕਸ਼ਮੀਰ ਤੇ ਕੀ ਇਹ ਤੇ ਕਬਜ਼ਾ ਕੀਤਾ ਹੋਇਆ ਕਿ ਨਹੀਂ ਕੀਤਾ ਹੋਇਆ? ਔਰ ਇਹ ਦੱਸ ਦਿਓ, ਅਸੀਂ ਤਾਂ ਕਹਿੰਦੇ ਜਿਹੜਾ ਕਸ਼ਮੀਰ ਦਾ ਹਿੱਸਾ ਪਾਕਿਸਤਾਨ 'ਚ ਉਹਦਾ ਵੀ ਹੱਕ ਸਾਡੇ ਦੇਸ਼ ਦਾ। ਅੱਜ ਤੁਹਾਡਾ ਪ੍ਰਧਾਨ ਇਹ ਕਹਿ ਰਿਹਾ ਕਿ ਨਹੀਂ ਕਸ਼ਮੀਰ ਦੇਸ਼ ਦਾ ਹਿੱਸਾ ਨਹੀਂ, ਇਹ ਆਜ਼ਾਦ ਮੁਲਕ ਹੈ। ਔਰ ਇਹ ਧੱਕੇ ਨਾਲ, ਮਗਰ ਜ਼ਬਰ ਨਾਲ, ਜ਼ੁਲਮ ਨਾਲ ਹਿੰਦੁਸਤਾਨ ਨੇ ਆਪਣੇ ਕਬਜ਼ੇ ਹੇਠ ਲਿਆ। ਕਿ ਇਸ ਗੱਲ ਨਾਲ ਉਹ ਸਹਿਮਤ ਹੈ? ਜੇ ਉਹ ਸਹਿਮਤ ਹੈ ਤਾਂ ਫਿਰ ਤਾਂ ਜਿਹੜੀ ਜੱਫੀ ਜਨਰਲ ਬਾਜਵੇ ਨੂੰ ਪਈ ਆ ਉਹ ਸਮਝ ਆਉਂਦੀ ਹੈ, ਤੇ ਜੇ ਨਹੀਂ ਸਹਿਮਤ ਤੇ ਫਿਰ ਪੀਪੀਸੀਸੀ ਪ੍ਰਧਾਨ ਜਿਹੜਾ ਤੁਸੀਂ ਲਾਇਆ ਆ ਠੋਕੋ ਤਾਲੀ ਸੌਦੇ ਸੌਦ ਦਾ ਚੇਲਾ, ਰਾਧੇ ਮਾਂ ਦਾ ਚੇਲਾ, ਉਹਦੇ ਖਿਲਾਫ ਕੋਈ ਐਕਸ਼ਨ ਕਰੋਗੇ ਕਿ ਨਹੀਂ ਕਰੋਗੇ? ਇਹ ਜੋ ਅੱਜ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਬਾਰਡਰ ਇਲਾਕੇ 'ਚ ਭਾਈਚਾਰਕ ਸਾਂਝ ਨੂੰ ਜਿਸ ਤਰੀਕੇ ਦਾ ਜੋ ਮਾਹੌਲ ਬਣਾਇਆ ਜਾ ਰਿਹਾ, ਇਹ ਬਾਰਡਰ ਦੇ ਸੂਬੇ ਨੇ, ਇਹਨਾਂ ਤੇ ਬਹੁਤ ਪਿਆਰ ਨਾਲ, ਬੜੇ ਧਿਆਨ ਨਾਲ ਰਹਿਣਾ ਪੈਣਾ, ਨਹੀਂ ਤਾਂ ਬਹੁਤ ਸ਼ਰਾਰਤਾਂ ਹੋਣਗੀਆਂ ਔਰ ਜਿਹਦਾ ਖਾਮਿਆਜਾ ਪੰਜਾਬ ਨੂੰ ਉਠਾਉਣਾ ਪੈ ਸਕਦਾ ਹੈ, ਦੇਸ਼ ਨੂੰ ਉਠਾਉਣਾ ਪੈ ਸਕਦਾ। 2.5 ਸਾਲ ਤਾਂ ਉਹ ਆਪ ਮੰਤਰੀ ਸੀ, ਮਤਲਬ ਆਪਣੇ ਤੇ ਵੀ ਸਵਾਲ ਪੈਦਾ ਕਰ ਰਿਹਾ। ਔਰ ਬੜੇ ਹਾਸੇ ਦੀ ਗੱਲ ਹੋਈ, ਕਹਿੰਦਾ ਜੀ 3 ਰੁਪਏ ਬੱਤੀ ਕਰ ਦੇਣੀ ਆ। ਤੈਨੂੰ ਤਾਂ ਪਾਵਰ ਦਾ ਮਹਿਕਮਾ ਮਿਲਦਾ ਸੀ, ਕਿਉਂ ਨਹੀਂ ਕੀਤੀ? ਤੇ ਅੱਜ ਕੀ ਨੀਟੂ ਛੱਟਰਾਂ ਵਾਲੇ ਦੀ ਸਰਕਾਰ ਚੱਲਦੀ ਹੈ, ਤੇਰੀ ਸਰਕਾਰ ਹੈ, ਬਹੁਮਤ ਤੇਰੇ ਨਾਲ ਹੈ। ਤੂੰ ਫੋਟੋ ਵੀ ਵਿਖਾਈ ਕਿ ਸਾਰੇ MLA ਤੇਰੇ ਨਾਲ। ਮਾਰੋ ਕੁੱਕੀ ਸਵੇਰੇ। ਜੇ ਤੁਸੀਂ ਲੋਕਾਂ ਦੇ ਦਰਦ ਨਾਲ ਸਹਿਮਤ ਹੋ, ਲੋਕਾਂ ਨਾਲ ਹਮਦਰਦੀ ਰੱਖਦੇ ਹੋ ਤੇ 3 ਰੁਪਏ ਬੱਤੀ ਕਰ ਦਿਓ। ਤੂੰ ਤਾਂ ਪਾਵਰ ਮਹਿਕਮਾ ਛੱਡ ਕੇ ਵੀ ਭੱਜਿਆ ਸੀ। ਇਸ ਲਈ ਇਹ ਜਿਹੜਾ ਲੋਕਾਂ ਨੂੰ ਭੰਬਲ ਪੂਛਾ ਪਾਉਣਾ, ਉਹ ਲੋਕੀ ਭੰਬਲ ਪੂਛੇ 'ਚ ਨਹੀਂ ਪੈਂਦੇ, ਉਹ ਸੱਚ ਦੇ ਗਾਹਕ ਨੇ, ਸੱਚ ਦਾ ਸਾਥ ਦੇਣ। ਹਾਂਜੀ ਦੇ ਦਿਆ ਜੀ, ਤੁਹਾਡਾ ਜਵਾਬ ਕੀ ਇੱਧਰ ਦੇ ਦਿਓ। ਦਿੱਲੀ ਜਾ ਕੇ ਮਿਲ ਕੇ ਜਿਹੜੇ ਗ੍ਰਹਿ ਮੰਤਰੀ ਨੂੰ ਤੇ ਪ੍ਰਧਾਨ ਮੰਤਰੀ ਨੂੰ ਉਹਨਾਂ ਨੇ ਸਿੱਖਿਆ ਦੀ ਮੰਗ ਕੀਤੀ ਹੈ ਕਿ ਦੇਸ਼ ਕਸ਼ਮੀਰ ਵਿੱਚ ਮਾੜੇ ਅਨਸਰਾਂ ਬਾਰੇ ਬਹੁਤ ਖੁਦਾ ਕੇ ਆ, ਬਿਲਕੁਲ ਕੁੜੀਆਂ ਮੰਗੀਆਂ ਨਹੀਂ ਗਿਆ, ਕੁਝ ਕੁੜੀਆਂ ਮੰਗੀਆਂ ਪੁਲਿਸ ਦੀਆਂ, ਫੌਜ ਦੀਆਂ, ਸਿਆਰ ਦੀਆਂ ਮੰਗੀਆਂ। ਤੁਸੀਂ ਮੰਨਦੇ ਹੋ ਕਿ ਇਹ ਮਤਲਬ ਇਹ ਮੋਦੀ ਦੀ ਏਜੰਡਾ ਹੈਗਾ ਕਿ
ਇੰਤਜ਼ਾਮ ਹੋਇਆ ਬਾਰੇ ਬਾਕੀ ਇੱਥੇ ਡਰ ਰਿਹਾ ਦੇਖੋ ਹਾਲਾਤ ਜੋ ਪੰਜਾਬ ਦੇ ਲਾਅ ਐਂਡ ਆਰਡਰ ਤੇ ਬਣੇ ਆ ਤੁਸੀਂ ਮੇਰੇ ਤੋਂ ਬਿਹਤਰ ਜਾਣਦੇ। KD ਹਸਪਤਾਲ ਸਾਡਾ ਇੱਕ ਬੜਾ ਮਸ਼ਹੂਰ ਹਸਪਤਾਲ ਹੈ ਸ੍ਰੀ ਅੰਮ੍ਰਿਤਸਰ ਸਾਹਿਬ 'ਚ, ਤੀਜੀ ਚੌਥੀ ਮੰਜ਼ਿਲ 'ਚ ਜਾ ਕੇ ਜਿੱਥੇ ਨਿੱਕੇ ਨਿੱਕੇ ਬੱਚਿਆਂ ਦਾ ਵੀ ਇਲਾਜ ਹੋ ਰਿਹਾ, ਬਜ਼ੁਰਗਾਂ ਦਾ ਵੀ ਹੋ ਰਿਹਾ, ਦਿਨ ਦਿਹਾੜੇ ਉੱਥੇ ਜਾ ਕੇ ਕਿਸੇ ਦਾ ਕਤਲ ਕਰ ਦੇਣਾ ਔਰ ਲੋਕ ਉੱਥੋਂ ਫਰਾਰ ਹੋ ਜਾਣਾ ਔਰ ਫਿਰ ਬਟਾਲੇ 'ਚ ਉਸ ਵਾਰਦਾਤ ਨੂੰ ਇੱਕ ਹੋਰ ਨੂੰ ਇਲਜ਼ਾਮ ਦੇਣਾ, ਦਿਨ ਦਿਹਾੜੇ ਇੱਕ ਉੱਥੇ ਬੰਦਾ ਮਾਰ ਦੇਣਾ। ਫਿਰ ਜੋ ਵਿੱਕੀ ਮਿੱਡੂ ਖੇੜੇ ਦਾ ਕਤਲ ਹੋਇਆ ਔਰ ਕਰਾ ਕੌਣ ਰਿਹਾ, ਜਿਹੜਾ ਜੇਲ੍ਹ 'ਚ ਬੈਠਾ ਇੱਕ ਨਾਮੀ ਗੈਂਗਸਟਰ ਹੈ, ਜਿਹੜਾ ਜਿਹਦੀ ਮਾਂ ਕਾਂਗਰਸ ਪਾਰਟੀ ਦੀ ਸਰਪੰਚ ਹੈ, ਜੇਲ੍ਹ ਮਿਨਿਸਟਰ ਦੀ, ਉਹ ਬਹੁਤ ਵੱਡੀ ਸਪੋਰਟਰ ਹੈ। ਔਰ ਇਹ ਗੱਲ ਅੱਜ ਇੱਕ ਵਾਰੀ ਨਹੀਂ ਕਈ ਵਾਰੀ ਉਜਾਗਰ ਹੋਈ ਹੈ ਕਿ ਗੈਂਗਸਟਰ ਤੇ ਟੈਰਰਿਸਟ ਮਿਲ ਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ ਹੈ। ਕੋਰਟ ਨੇ ਜੱਜ ਉਸ ਗੈਂਗਸਟਰ ਨੂੰ ਦਿੱਲੀ ਭੇਜਿਆ, ਉਹਦੇ 'ਚ ਰਿਕਾਰਡ ਕੀਤਾ ਕਿ ਪੰਜਾਬ ਦੀਆਂ ਜੇਲ੍ਹਾਂ 'ਚ ਰਹਿੰਦੇ ਆਏ ਗੈਂਗਸਟਰ ਜੱਗੂ ਇਹਨੇ ਆਪਦੇ ਇੰਟਰਸਟੇਟ ਗੈਂਗ ਬਣਾ ਲਏ ਆ। ਇਹ ਕਿਵੇਂ ਪੋਸੀਬਲ ਹੋਇਆ? ਪੋਸੀਬਲ ਤਦੇ ਹੋਇਆ ਜਦੋਂ ਜੇਲ੍ਹ ਮਿਨਿਸਟਰ ਫੇਲ ਹੋਇਆ। ਤੁਸੀਂ ਉਹ ਮੋਬਾਈਲਾਂ ਦੀ ਵੀ ਇੱਕ ਵੀਡੀਓ ਵੇਖੀ ਹੈ, 15 ਮੋਬਾਈਲ ਲਈ ਬੈਠਿਆ ਤੇ ਕਹਿੰਦਾ ਮੋਬਾਈਲ ਇਹਦਾ 10,000 ਰੇਟ ਹੈ, ਇਹਦਾ 80,000 ਰੇਟ ਹੈ ਔਰ 5 ਲੱਖ ਵਜ਼ੀਰ ਕੋਲ ਜਾਂਦਾ। ਜਦ ਜੇਲ੍ਹਾਂ 'ਚੋਂ ਟੈਰਰਿਸਟ ਔਰ ਗੈਂਗਸਟਰ ਰਲ ਕੇ ਕੰਮ ਕਰਨ ਲੱਗ ਜਾਣ। ਕੱਲ ਪਰਸੋਂ ਹੀ ਅੰਮ੍ਰਿਤਸਰ 'ਚ ਕੱਲ ਜਿਹੜਾ ਬਲਾਸਟ ਹੋਇਆ, ਗ੍ਰਨੇਡ ਲੱਭਿਆ, ਬੜਾ ਹਾਲਾਤ ਸਪਸ਼ਟ ਹੈ। ਔਰ ਤੁਹਾਡਾ ਐਡਵਾਈਜ਼ਰ ਇਹ ਗੱਲ ਕਹਿ ਰਿਹਾ ਕਿ ਕਸ਼ਮੀਰ ਭਾਰਤ ਦਾ ਹਿੱਸਾ ਹੀ ਨਹੀਂ ਔਰ ਇਹ ਧੱਕੇ ਨਾਲ ਭਾਰਤ ਨੇ ਆਪਣੇ ਕਬਜ਼ੇ 'ਚ ਲਿਆ ਹੋਇਆ। ਔਰ ਜਾ ਕੇ ਉੱਥੇ ਜਨਰਲ ਬਾਜਵੇ ਨੂੰ ਉਹ ਜੱਫੀ ਪਾਉਣ, ਜਿਹੜੀ ISI ਪੰਜਾਬ 'ਚ ਮਾਹੌਲ ਖਰਾਬ ਕਰ ਰਹੀ ਹੈ। ਕਾਂਗਰਸ ਪਾਰਟੀ ਪਹਿਲਾਂ ਅੰਦਰ ਹੀ ਫੈਸਲਾ ਕਰ ਲੇ ਘਰ ਦੇ ਅੰਦਰ ਕਿ ਮਾਹੌਲ ਪਾਕਿਸਤਾਨ ਖਰਾਬ ਕਰ ਰਹੀ ਹੈ ਕਿ ਕਾਂਗਰਸ ਆਪ ਕਰ ਰਹੀ ਹੈ। ਔਰ ਇਸ ਲਈ ਜੇ ਸੁਰੱਖਿਆ ਬਲਾਂ ਦੀ ਲੋੜ ਹੈ, ਪਹਿਲਾਂ ਤਾਂ ਇਹਨਾਂ ਜਿਹੜੇ ਲੋਕ ਇਹੋ ਜਿਹੇ ਅਨਸਰਾਂ ਨੂੰ ਉਹ ਦੇ ਰਿਹਾ ਸ਼ਹਿ, ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੀ ਲੋੜ ਹੈ। ਕਹਿੰਦੇ ਸੀ ਅਸੀਂ ਜੈਮਰ ਲਾ ਦਾਂਗੇ, ਕਿਉਂ ਨਹੀਂ ਲੱਗੇ 4.5 ਸਾਲ? ਕਿਉਂਕਿ ਮਿਲੀ ਭੁਗਤ ਚੱਲਦੀ ਸੀ ਔਰ 4.5 ਸਾਲ ਇਹਨਾਂ ਤੋਂ ਜੇਲ੍ਹਾਂ ਦਾ ਸੁਧਾਰ ਨਹੀਂ ਹੋਇਆ, ਕੋਈ ਜੈਮਰ ਨਹੀਂ ਲੱਗੇ। ਇਸ ਲਈ ਨਹੀਂ ਲੱਗੇ ਕਿਉਂਕਿ ਇਹਨਾਂ ਤੇ ਦਬਾਅ ਸੀ ਗੈਂਗਸਟਰਾਂ ਦਾ। ਇਹ ਉਸ ਦਬਾਅ ਦੇ ਉਲਟ ਜਾ ਨਹੀਂ ਸਕਦੇ ਕਿਉਂਕਿ ਉਹਨਾਂ ਨੂੰ ਸਿਆਸੀ ਤੌਰ ਤੇ ਵਰਤਣਾ ਸੀ ਇਹਨਾਂ ਨੇ। ਦੇਖੋ ਇੱਕ ਲਾਸਟ ਗੱਲ ਮੈਂ ਜੇਲ੍ਹ ਦੀ ਦੱਸ ਦਿਆਂ, ਮੁਖਤਿਆਰ ਅੰਸਾਰੀ ਉੱਥੇ 200 ਕੇਸ ਦਰਜ ਸੀ ਯੂਪੀ 'ਚ, ਇੱਕ ਕੇਸ ਇੱਥੇ ਦਰਜ ਹੋਇਆ। ਇੱਕ ਹੋਮਲੈਂਡ ਬਿਲਡਰ ਨੇ ਮੁਹੱਲੀ ਦੇ ਉਮੰਗ ਕਰਕੇ ਉਹਨਾਂ ਦਾ ਨਾਂ, ਉਹਨਾਂ ਦੀ ਦਰਖਾਸਤ ਮੈਂ ਪੜ੍ਹੀ ਆ, ਪੁਲਿਸ ਨੂੰ ਦਿੱਤੀ ਆ। ਉਹ ਕਹਿੰਦਾ ਮੈਨੂੰ ਇੱਕ ਅੰਸਾਰੀ ਨੇ, ਨਾਂ ਨਹੀਂ ਲੈਂਦਾ ਮੁਖਤਿਆਰ ਅੰਸਾਰੀ, ਕਹਿੰਦਾ ਇੱਕ ਅੰਸਾਰੀ, ਸਾਰੇ ਦੇਸ਼ 'ਚ ਪਤਾ ਨਹੀਂ ਕਿੰਨੇ ਅੰਸਾਰੀ ਹੋਣੇ, ਕਿ ਮੈਨੂੰ ਥ੍ਰੈਟ ਕੀਤੀ। ਪੁਲਿਸ ਦੀ ਕਾਰਵਾਈ ਵੇਖੋ ਕਿ ਉਹਨਾਂ ਨੇ ਇੱਕ ਅੰਸਾਰੀ 'ਚੋਂ ਮੁਖਤਿਆਰ ਅੰਸਾਰੀ ਲੱਭ ਲਿਆ ਔਰ ਇੱਥੇ ਉਹਨੂੰ VVIP ਵਾਂਗੂ ਸਟੇਟ ਗੈਸਟ ਵਾਂਗੂ ਰੱਖਿਆ। ਮਗਰ ਯੂਪੀ ਸਰਕਾਰ ਨੇ ਸੁਪਰੀਮ ਕੋਰਟ ਤੱਕ ਪਹੁੰਚ ਕਰਕੇ ਉਹਨੂੰ ਵਾਪਸ ਯੂਪੀ ਲੈ ਕੇ ਗਏ। ਜਿਸ ਜੱਗੂ ਭਗਵਾਨਪੁਰੀਏ ਤੇ 60 ਕੇਸ ਇੱਥੇ ਦਰਜ ਹੈ ਔਰ ਰੌਲਾ ਇਹ ਪੈਂਦਾ ਕਿ ਕਰੋੜ ਰੁਪਈਆ, 50 ਲੱਖ ਤੋਂ ਕਰੋੜ ਰੁਪਈਏ ਦਾ ਸੌਦਾ ਹੋਇਆ ਕਿ ਇਹਦੀ ਜੇਲ੍ਹ ਜੇ ਇਹ ਦਿੱਲੀ ਜਾਣਾ ਚਾਹੁੰਦਾ ਇਹਨੂੰ ਭੇਜ ਦਿਓ ਔਰ ਇਹਨੂੰ ਵਾਪਸ ਨਾ ਲੈ ਕੇ ਆਓ। 60 ਕੇਸ ਇੱਥੇ ਦਰਜ ਹੈ, ਉੱਥੇ ਲਿਆ ਨਹੀਂ ਰਹੇ ਉਹਨੂੰ ਵਾਪਸ। ਕੱਲ ਮੇਰੇ ਰੌਲਾ ਪਾਉਣ ਤੋਂ ਬਾਅਦ ਇਹਨਾਂ ਨੇ ਹੁਣ ਰਿਮਾਂਡ ਮੰਗਿਆ, ਮਗਰ 3 ਮਹੀਨੇ ਦਾ ਉੱਥੇ ਬੈਠਿਆ ਔਰ ਇੱਥੇ ਕਤਲ ਕਰਾਈ ਜਾ ਰਿਹਾ, ਟੈਰਰਿਸਟਾਂ ਨਾਲ ਸਾਂਝਗਾਠ ਰੱਖ ਰਿਹਾ ਕਿ ਇਹਦੇ ਖਿਲਾਫ ਕੋਈ ਕਾਰਵਾਈ ਨਹੀਂ ਚਾਹੀਦੀ। ਇੱਕ ਕੇਸ ਪਿੱਛੇ ਦਿੱਲੀ ਬੈਠਿਆ, 60 ਕੇਸ ਜਿੱਥੇ ਦਰਜ ਨੇ। ਲੁਧਿਆਣਾ ਦੇ ਇੰਡਸਟਰੀਲਿਸਟ, ਮੁਹਾਲੀ ਦੇ ਇੰਡਸਟਰੀਲਿਸਟ, ਪ੍ਰਾਪਰਟੀ ਡਿਵੈਲਪਰ, ਠੇਕੇਦਾਰ, ਅੰਮ੍ਰਿਤਸਰ, ਜਲੰਧਰ, ਸਾਰਿਆਂ ਤੋਂ ਕਰੋੜਾਂ ਰੁਪਏ ਦੀ ਫਰੌਤੀ ਲੈ ਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ। ਉਹਦੇ ਖਿਲਾਫ ਐਕਸ਼ਨ ਕਿਉਂ ਨਹੀਂ ਹੋ ਰਿਹਾ? ਕੀ ਪੁਲਿਸ ਦੀ ਮਿਲੀ ਭੁਗਤ ਕਹਿ ਲਿਆ, ਮਜਬੂਰੀ ਕਹਿ ਲਿਆ, ਜਾਂ ਕੀ ਗੱਲ ਹੈ? ਇਹਦਾ ਜਵਾਬ DGP ਸਾਹਿਬ ਨੂੰ ਦੇਣਾ ਚਾਹੀਦਾ। ਮੇਰੀ ਤੁਹਾਨੂੰ ਇੱਕ ਸਲਾਹ ਹੈ, ਜਦੋਂ ਤੁਸੀਂ ਕਾਂਗਰਸ ਦੇ ਕਿਸੇ ਪ੍ਰੋਗਰਾਮ ਤੇ ਜਾਂਦੇ ਹੋ ਨਾ, ਹੈਲਮਟ ਪਾ ਕੇ ਜਾਇਆ ਕਰੋ। ਇਹ ਕਿਸੇ ਵੇਲੇ ਵੀ ਛਿੱਤਰੋ ਛਿੱਤਰੀ ਹੋ ਸਕਦੇ ਆ ਤੇ ਕਿਤੇ ਸੱਟ ਤੁਹਾਡੇ ਨਾ ਲੱਗ ਜੇ। ਪੂਰਾ ਆਪਦਾ ਬੁਲਟ ਪ੍ਰੂਫ ਜੈਕਟ, ਸਿਰ ਤੇ ਹੈਲਮਟ ਪਾ ਕੇ ਜਾਇਓ, ਕਿਉਂਕਿ ਜਿਵੇਂ ਛਿੱਤਰੋ ਛਿੱਤਰੀ ਹੋ ਰਿਹਾ, ਆਂਢੀ ਗਵਾਂਢੀ ਨੂੰ ਸੱਟ ਲੱਗਦੀ ਹੁੰਦੀ, ਆਪ ਤਾਂ ਫੇਰ ਇਹ ਕਹਿਣਗੇ ਇਹਦਾ ਭਰਾ ਭਰਾ।
ਸੁਹਾਗਾ ਫਿਰ ਜਾਣਾ ਸਮੇਂ ਨਾਲ ਤੁਹਾਨੂੰ ਸਮਝ ਆ ਜਾਣੀ ਹੈ। ਸੁਹਾਗਾ ਜਿੱਥੇ ਜਿੱਥੇ ਲੋੜ ਆ ਸਭ ਜਗ੍ਹਾ ਫੇਰੂ ਨਾ ਕੌਣ ਕਹਿੰਦਾ ਜੀ? ਫਿਰ ਉਹਨਾਂ ਨੂੰ ਪੁੱਛ ਲਓ ਨਾ ਜੀ, ਮੈਨੂੰ ਕੀ ਪਤਾ ਉਹ ਕੀ ਸਮਾਜ ਮੰਤਰਾਲੇ ਵਿੱਚ ਕਪਲਾ ਹੋਇਆ ਹੈ, ਜਿਹੜੀਆਂ ਮੁੱਦੀਆਂ ਜਿਹੜੀਆਂ ਪੈਕ ਹੋਈਆਂ ਨੇ, ਤੁਸੀਂ ਕੀ ਸਮਝਦੇ ਹੋ? ਕਿਹੜਾ ਜੀ? ਜਿਹੜੀ ਇਨਕੁਆਰੀ ਚਾਹੀਦੀ ਕਿ ਨਹੀਂ? ਚਲੋ ਤੁਸੀਂ ਨਾ ਬੜਾ ਵਧੀਆ ਸਵਾਲ ਕੀਤਾ, ਕਿਉਂਕਿ ਤੁਹਾਡੇ ਜ਼ਿਲ੍ਹੇ ਨਾਲ ਇਹ ਮੰਤਰੀ ਸੰਬੰਧਿਤ ਹੈ। ਭਾਰਤ ਭੂਸ਼ਣ ਆਸ਼ੂ ਦੇ ਖਿਲਾਫ ਜੇ ਅੱਜ CBI ਇਨਕੁਆਇਰੀ ਕਰ ਦੇਵੇ, ਲੁਧਿਆਣੇ ਦੇ ਘਪਲੇ ਛੱਡ ਦਿਓ, ਉਹ ਤਾਂ 2000 ਦੇ ਨੇੜੇ ਤੇੜੇ ਤੇ ਨਿਕਲਨੇ। ਫੂਡ ਮਹਿਕਮੇ ਦੇ ਕੱਲੇ ਦੇ, ਜਿਹਦੇ 'ਚ ਗੋਡਾਊਨਾਂ ਦੀ ਖੁਰਤਬੁਰਤ, ਜਿਹੜਾ ਮਾਲ ਆ ਉੱਥੋਂ ਖੁਰਤਬੁਰਤ ਹੋਇਆ, ਸ਼ੈਲਰਾਂ ਨਾਲ ਠੱਗੀ, ਜਿਹੜਾ ਝੋਨਾ ਬਾਹਰੋਂ 1000 ਰੁਪਏ ਤੇ ਆ ਕੇ ਇੱਥੇ 1883 ਰੁਪਏ ਦਾ ਵੇਚਿਆ ਗਿਆ। ਇੰਨਾ ਝੋਨਾ ਹੀ ਨਹੀਂ ਲੱਗਦਾ ਪੰਜਾਬ 'ਚ ਜਿੰਨਾ ਪਿਛਲੇ ਸੀਜ਼ਨ ਵੇਚਦਾ ਗਿਆ। ਜੇ ਇਹਦੀ ਸਾਰੇ ਦੀ ਇਨਕੁਆਇਰੀ ਹੋ ਜਾਏ, ਲੇਬਰ ਦੇ ਟੈਂਡਰ ਦੀ, ਟਰੱਕਾਂ ਦੇ ਟੈਂਡਰ ਦੀ, ਇਹਨਾਂ ਦੀ ਸਾਰੀ ਦੀ ਇਨਕੁਆਇਰੀ ਹੋਗੀ ਤੇ ਮੇਰਾ ਜੋ ਐਸਟੀਮੇਟ ਹੈ, ਇਟ ਵਿਲ ਨਾਟ ਬੀ ਲੈਸ ਦੈਨ 5000 ਕਰੋੜ। ਜਿਹੜਾ ਮੰਤਰੀ ਗਰੀਬਾਂ ਲਈ ਆਟਾ ਦਾਲ ਆਉਂਦਾ ਹੈ ਨੈਸ਼ਨਲ ਫੂਡ ਸਿਕਿਉਰਿਟੀ ਐਕਟ ਥੱਲੇ, ਉਹਨੂੰ ਸੇਫਗਾਰਡ ਨਹੀਂ ਕਰ ਸਕਿਆ, ਉਹ ਵੀ ਖਾ ਗਏ। PM ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਥੱਲੇ ਆਉਂਦਾ, ਉਹ ਵੀ ਨਹੀਂ ਲੋਕਾਂ ਤੱਕ ਪਹੁੰਚਿਆ, ਉਹ ਵੀ ਖਾਦਾ ਗਿਆ। ਆ ਇੱਕ ਜਸਦੇਵ ਸਿੰਘ ਜੀ ਤੇ ਪਰਚਾ ਦਰਜ ਹੋਇਆ ਜੰਡਿਆਲਾ ਗੁਰੂ, ਉਹ ਸਗਾ ਭਾਂਜਾ ਕਿਹਦਾ ਹੈ, ਜਿਹਨੂੰ ਅੱਜ ਕੱਲ ਡਰਾਈ ਕਲੀਨਿੰਗ ਦੀ ਦੁਕਾਨ ਤੋਂ ਸਿੱਧੂ ਦੀ ਡਰਾਈ ਕਲੀਨਿੰਗ ਦੀ ਦੁਕਾਨ ਤੋਂ ਨਿਕਲ ਕੇ ਆਇਆ, ਹੁਣ ਬਹੁਤ ਵੱਡਾ ਸਾਫ਼ ਬੰਦਾ ਬਣ ਗਿਆ, ਮਦਨ ਲਾਲ ਜਲਾਲਪੁਰਾ, ਜਿਹਦੇ ਖਿਲਾਫ ਕਾਂਗਰਸੀ ਕਹਿ ਰਹੇ ਆ ਕਿ ਇਹ ਸ਼ਰਾਬ ਮਾਫੀਆ ਵੀ। ਔਰ ਜਿਹਦੇ ਤੁਹਾਨੂੰ ਯਾਦ ਹੋਵੇ, ਇਹਦਾ ਜ਼ਿਲ੍ਹਾ ਪਰਿਸ਼ਦ ਦਾ ਮੈਂਬਰ, ਇਹਦਾ ਸਰਪੰਚ ਫੜਿਆ ਗਿਆ ਸੀ, ਉਹ ਸ਼ਰਾਬ ਦੀ ਫੈਕਟਰੀ ਫੜੀ ਗਈ ਸੀ। ਨਾਲ ਹੀ ਇਲੀਗਲ ਮਾਈਨਿੰਗ ਦੀ ਖਬਰਾਂ ਲਾਉਂਦੀਆਂ ਰਹੀਆਂ, ਤੁਸੀਂ ਚੈਨਲ ਵਾਲੇ ਚਲਾਈ ਗਏ। ਉਹ ਬੰਦੇ ਦਾ ਸਗਾ ਭਾਂਜਾ ਉੱਥੇ ਕਾਨੂੰਨ ਕਹਿੰਦਾ ਕਿ 2 ਗਡਾਊਨਾਂ ਦਾ ਚਾਰਜ ਰਹਿ ਸਕਦਾ, ਉਹਨੂੰ 8 ਗਡਾਊਨਾਂ ਦੇ ਚਾਰਜ ਦਿੱਤੇ। ਔਰ ਮੰਤਰੀ ਮਦਨ ਲਾਲ ਕਹਿੰਦਾ ਮੈਂ ਸਿਫਾਰਿਸ਼ ਨਹੀਂ ਕੀਤੀ, ਫਿਰ ਉਹਨੂੰ 8 ਬਗੈਰ ਸਿਫਾਰਿਸ਼ ਦੇ ਤੇ ਬੰਦੇ ਨੂੰ ਇੱਕ ਚਾਰਜ ਨਹੀਂ ਮਿਲਦਾ, ਉਹਨੂੰ 8 ਜਗ੍ਹਾ ਦਾ ਚਾਰਜ ਮਿਲ ਗਿਆ। ਕਹਿੰਦਾ ਮੈਂ ਇਹ ਸਿਫਾਰਿਸ਼ ਜ਼ਰੂਰ ਕੀਤੀ ਸੀ ਕਿ ਮੇਰਾ ਭਾਂਜਾ ਦਿਮਾਗੀ ਤੌਰ ਤੇ ਕਮਲਾ, ਫਿਰ ਇਹ ਵੀ ਕਿਉਂ ਕੀਤੀ ਜਦ ਤੂੰ ਉਹਦੀ ਦੂਜੀ ਸਿਫਾਰਿਸ਼ ਨਹੀਂ ਕੀਤੀ ਤੇ ਜ਼ਰੂਰੀ ਦੱਸਣ ਦੀ ਲੋੜ ਸੀ ਕਮਲਾ। ਔਰ ਉਹ ਕਮਲਾ ਕੀ ਸ਼ਾਤਰ ਕਿੱਡਾ ਹੈ, ਤੁਸੀਂ ਹਿਸਾਬ ਲਾ ਲਓ। ਪੁਲਿਸ ਨੇ ਆਪਦੇ ਪਰਚੇ 'ਚ ਜੰਡਿਆਲੇ ਗੁਰੂ ਮੈਂਸ਼ਨ ਕੀਤਾ ਕਿ ਅਸੀਂ ਉਹਦੇ ਘਰ ਗਏ, ਉਹਨੇ ਘਰ ਵੇਚਦਾ, ਸਾਨੂੰ ਉਹਦੇ ਮਾਪੇ ਨਹੀਂ ਲੱਭ ਰਹੇ, ਸਾਰੀ ਆਪਦੀ ਪ੍ਰਾਪਰਟੀ ਵੇਚ ਗਿਆ, ਵੇਚ ਕੇ ਬਾਹਰ ਚਲੇ ਗਿਆ। 26 ਕਰੋੜ ਦਾ ਘਪਲਾ ਇੱਕ ਇੰਸਪੈਕਟਰ ਕਰ ਗਿਆ। ਕਿੰਨੇ ਇੰਸਪੈਕਟਰ ਨੇ? ਜੇ ਜ਼ਿਲ੍ਹੇਵਾਰ ਜਾਂਚ ਹੋਣ ਲੱਗ ਜੇ, ਘੱਟੋ ਘੱਟ ਨਹੀਂ ਤਾਂ 800 ਤੋਂ 1000 ਕਰੋੜ ਕੱਲੇ ਮਟੀਰੀਅਲ ਦੀ ਖੁਰਦ-ਬੁਰਦ ਦੀ ਰਿਪੋਰਟ ਨਿਕਲ ਆ ਜੂਗੀ। ਸੁਲਤਾਨਪੁਰ ਲੋਧੀ ਦਾ ਕੇਸ ਆਇਆ, ਜਿਹਦੇ ਖਿਲਾਫ ਚੋਰੀ ਦਾ ਪਰਚਾ ਸੀ, ਕੁਝ ਐਕਸ਼ਨ ਨਹੀਂ ਹੋਣ ਦਿੱਤਾ। ਇਸੇ ਤਰ੍ਹਾਂ ਜਿਹੜਾ ਚੀਫ ਵਿਜੀਲੈਂਸ ਕਮਿਸ਼ਨਰ ਇਹਨਾਂ ਨੇ ਲਾਇਆ ਸਿੰਗਲਾ, ਉਹਦੇ ਤੇ 85 ਕਰੋੜ ਦਾ ਗਬਨ ਸੀ। 17 'ਚ ਉਹਨੂੰ ਡਿਮੋਟ ਕੀਤਾ ਗਿਆ, ਉਹਨੂੰ ਦੁੱਧ ਦੀ ਰਖਵਾਲੀ 'ਚ ਰੱਖਤਾ, ਉਹਨੂੰ ਟੈਂਡਰ ਦੇ ਮਹਿਕਮੇ ਦਾ ਇੰਚਾਰਜ ਬਣਾਤਾ। ਔਰ ਇਸ ਲਈ ਬਣਾਤਾ ਕਿਉਂਕਿ ਉਹ ਰਲ ਕੇ ਕਮਾਈ ਕਰਦਾ। ਨਹੀਂ ਤਾਂ ਅੱਜ ਸਿੰਗਲੇ ਦੇ ਬਾਰੇ ਸੈਕਟਰੀ ਨੇ ਇਹ ਲਿਖਿਆ, ਪ੍ਰਿੰਸੀਪਲ ਸੈਕਟਰੀ ਨੇ, ਕਿ ਇਹ ਪਰਮਾਨੈਂਟ ਰੈਜ਼ੀਡੈਂਟ ਹੈ, ਕੈਨੇਡਾ ਦੇ ਭੱਜ ਸਕਦਾ ਹੈ, ਇਹਨੇ ਪੈਸੇ ਬਾਹਰ ਭੇਜੇ ਨੇ, ਇਹ ਤੇ ਧਿਆਨ ਰੱਖਣਾ ਚਾਹੀਦਾ। ਮੈਂ ਇਹਨੂੰ ਡਿਮੋਟ ਕਰ ਰਿਹਾ, ਇਹਨੂੰ ਕੋਈ ਇਹੋ ਜਿਹਾ ਚਾਰਜ ਨਹੀਂ ਦੇਣਾ ਚਾਹੀਦਾ। ਉਹਨੂੰ ਸੀਨੀਅਰ ਮੋਸਟ ਚਾਰਜ ਦੇ ਕੇ ਅੱਜ ਵਿਜੀਲੈਂਸ ਕਮੇਟੀ ਦਾ ਹੈਡ ਬਣਾਤਾ, ਉਹ ਫਿਰ ਰਲ ਕੇ ਠੱਗੀਆਂ ਮਰਵਾ ਰਿਹਾ। ਜਦ ਇਹੋ ਜਿਹੇ ਹਾਲਾਤ ਬਣ ਜਾਣ ਤੇ ਕੀ ਇਨਸਾਫ ਮਿਲੂਗਾ? ਅੱਜ ਮੈਂ ਪੁੱਛਣਾ ਚਾਹੁੰਦਾ, ਠੋਕੋ ਤਾਲੀ ਤੇ ਆਸ਼ੂ ਜੀ ਤੇ ਇਕੱਠੇ ਹੋ ਗਏ, ਤੇ ਸੇਖੋਂ ਦੀ ਵਿਚਾਰੇ ਦੀ ਕੀ ਗਲਤੀ ਸੀ? ਸੇਖੋਂ ਨੂੰ DSP ਨੂੰ ਇਨਕੁਆਇਰੀ ਤਾਂ ਠੋਕੋ ਤਾਲੀ ਨੇ ਦਿੱਤੀ ਸੀ। ਉਦੋਂ ਤੂੰ ਕਹਿੰਦਾ ਸੀ ਆਸ਼ੂ ਮਾੜਾ, ਆ ਜਿਹੜੇ ਦੋਵੇਂ ਭਰਾ ਇਹ ਮਾੜੇ ਆ, ਅੱਜ ਇਹ ਚੰਗੇ ਹੋ ਗਏ। ਇਹ ਤੋਂ ਹੀ ਸਮਝ ਆ ਰਹੀ ਆ ਕਿ ਕਰਪਸ਼ਨ ਪ੍ਰਤੀ ਇਹਨਾਂ ਦੀ ਕੀ ਚੰਗੀ ਸੋਚ ਹੈ ਜਾਂ ਨਹੀਂ ਹੈ। ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਕੀ ਸੇਧ ਸਮਝਦੇ ਹੋ? ਆਮ ਆਦਮੀ ਪਾਰਟੀ ਥਰਡ ਹੈ, ਅਕਾਲੀ ਦਲ ਹੈ, ਆਮ ਆਦਮੀ ਪਾਰਟੀ ਕਿੱਥੇ ਸਮਝਦੇ ਹੋ ਪੰਜਾਬ? ਦੇਖੋ, ਆਮ ਆਦਮੀ ਪਾਰਟੀ ਤਾਂ ਹੈ ਨਹੀਂ, ਇਹ ਤਾਂ ਖਾਸ ਆਦਮੀ ਪਾਰਟੀ ਆ। ਇਹ ਕਹਿੰਦੇ ਸੀ ਗਨਮੈਨ ਨਹੀਂ ਲਵਾਂਗੇ, ਕੋਠੀ ਨਹੀਂ ਲਵਾਂਗੇ, ਫਲਾਣੀ ਸਹੂਲਤ ਨਹੀਂ ਲਵਾਂਗੇ, ਢਿੰਗੜੀ ਨੇ ਸਾਰੀਆਂ ਲੈ ਲੀਆਂ। ਔਰ ਇਹਨਾਂ ਦਾ ਤਾਂ ਚੰਗਾ ਗਠਬੰਧਨ, ਜਿਵੇਂ ਇੱਥੇ ਫਿਕਸਡ ਮੈਚ ਚੱਲਦਾ ਨਾ ਆ ਲਿਪ ਵਾਲਿਆਂ ਦਾ ਤੇ ਦੂਜਿਆਂ ਨਾਲ,
ਇਹਨਾਂ ਦਾ ਵੀ ਚੱਲਦਾ। ਇਹਨਾਂ ਦੇ ਐਮਐਲਏ ਜਾਂਦੇ ਆ 2-3 ਸਾਲ ਡੈਪੂਟੇਸ਼ਨ ਤੇ ਲਾ ਕੇ ਮੁੜੇ ਆਉਂਦੇ ਆ ਔਰ ਇਹ ਅਪਣਾ ਲੈਂਦੇ ਆ। ਇਹ ਤਾਂ ਮਤਲਬ ਘਿਓ ਖਿਚੜੀ ਹੈ। ਜਿਹੇ ਜੀ ਕਾਂਗਰਸ ਹੈ ਉਹ ਜਿਹੇ ਨੇ। ਔਰ ਦਿੱਲੀ ਦਾ ਤੁਸੀਂ ਵੇਖੋ ਕਰੋਨਾ 'ਚ ਕੀ ਹਾਲ ਹੋਇਆ। ਸਭ ਤੋਂ ਵੱਡਾ ਫੇਲੀਅਰ ਕਰੋਨਾ 'ਚ ਕਿਹੜਾ ਸੂਬਾ ਸਾਹਮਣੇ ਆਇਆ? ਦਿੱਲੀ, ਜਿੱਥੇ ਨਾ ਆਕਸੀਜਨ ਮਿਲਿਆ ਨਾ ਬਿਸਤਰਾ ਮਿਲਿਆ। ਜੇ ਕੈਪੀਟਲ ਦਾ ਇਹ ਹਾਲ ਹੋ ਗਿਆ ਔਰ ਦਿੱਲੀ ਸਰਕਾਰ ਉੱਥੇ ਇਹ ਆਮ ਆਦਮੀ ਪਾਰਟੀ ਦੀ ਹੈ, ਜਾਂ ਜੇਲ੍ਹਾਂ 'ਚ ਜਿਹੜਾ ਜੱਗੂ ਦੀ ਗੱਲ ਕਰਦੇ ਉਧਰ ਵੀ ਜੇਲ੍ਹ ਦਾ ਪ੍ਰਬੰਧ ਉਹਦੇ ਕੋਲ ਹੈ। ਸੋ ਉਹਨਾਂ ਨੇ ਕੀ ਕਰਨਾ ਹੈ? ਔਰ ਜਿੰਨੇ ਵੀ ਲੀਡਰ ਉਹਦੇ 'ਚ ਨੇ ਉਹ ਕਿਤੇ ਨਾ ਕਿਤੇ ਕਾਂਗਰਸ ਤੇ ਗਏ ਆ ਜਾਂ ਕਿੱਥੋਂ ਗਏ ਆ। ਸੋ ਇਹ ਐਵੇਂ ਕੰਮ ਭੰਬਲ ਪੂਸੇ ਪਾਉਣ ਦੀ ਗੱਲ ਹੈ, ਕੋਈ ਹੋਰ ਕੁਝ ਨਹੀਂ। ਹਾਂਜੀ ਚਲੋ ਉਹਨਾਂ ਦੀ ਮਰਜ਼ੀ ਆ ਜੀ। ਹੁਣ ਟ੍ਰੇਨ ਸਟੇਸ਼ਨ ਤੇ ਕੋਈ ਚੜ੍ਹ ਜੇ ਕਿਸੇ ਟ੍ਰੇਨ ਤੇ ਕਿੱਧਰ ਜਾ ਕੇ ਉਤਰ ਜਾਵੇ। ਮਦਨ ਲਾਲ ਜੀ ਨੂੰ ਤਾਂ ਮੌਜ ਲੱਗੀ ਆ, ਕਦੇ ਕੇ ਸਟੇਸ਼ਨ ਤੇ ਕਦੇ ਕੇ ਸਟੇਸ਼ਨ ਤੇ। ਮਜੀਠੀਆ ਸਾਹਿਬ ਮੈਨੀਫੈਸਟੋ ਲੈ ਕੇ ਜਦੋਂ ਸਰਕਾਰ ਕਿਸੇ ਦੇ ਘਰ ਦੀ ਮੈਨੀਫੈਸਟੋ ਜਾਰੀ ਹੁੰਦੇ ਨੇ ਪਰ ਸਰਕਾਰ ਬਣਨ ਤੋਂ ਬਾਅਦ ਮੈਨੀਫੈਸਟੋ ਵਾਅਦੇ ਨਹੀਂ ਹੁੰਦੇ। ਇੱਕ ਦੂਜੇ ਤੇ ਐਲੀਗੇਸ਼ਨ ਲਗਾਉਂਦੇ ਸਰਕਾਰਾਂ ਹੀ ਲਗਾਉਂਦੇ ਨੇ। ਆਮ ਲੋਕ ਵੀ ਕਹਿੰਦੇ ਨੇ ਕਿ ਮੈਨੀਫੈਸਟੋ ਵਾਅਦੇ ਬ੍ਰਦਰ ਇਹ ਨਾ ਤੁਸੀਂ ਡਾਕੂਮੈਂਟ ਬਣਾਇਆ ਜਾਵੇ ਮੈਨੀਫੈਸਟੋ ਨੂੰ। ਦੇਖੋ ਸ਼੍ਰੋਮਣੀ ਅਕਾਲੀ ਦਲ ਦਾ ਮੈਨੀਫੈਸਟੋ ਹਮੇਸ਼ਾ ਇੱਕ ਲੀਗਲ ਡਾਕੂਮੈਂਟ ਵਾਂਗੂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਇਹਨੂੰ ਅਡਾਪਟ ਕੀਤਾ ਤੇ ਉਹਨੂੰ ਲਾਗੂ ਕੀਤਾ। ਫ੍ਰੀ ਬਿਜਲੀ ਕਿਸਾਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਆਖੀ ਸੀ 1996 ਚ ਦਿੱਤੀ। 200 ਯੂਨਿਟ ਗਰੀਬਾਂ ਦੇ ਤੇ BC ਦੇ ਮਾਫ ਕਰਨ ਦੇ ਵਾਅਦਾ ਕੀਤਾ ਸੀ, ਕੀਤਾ। ਪੈਨਸ਼ਨ ਫਸਟ ਟਾਈਮ ਐਲਾਨੀ ਸੀ, ਦਿੱਤੀ। ਸ਼ਗਨ ਸਕੀਮ ਸ਼ੁਰੂ ਕੀਤੀ, ਬੱਚਿਆਂ ਦੀ ਗਰੀਬ ਬੱਚਿਆਂ ਦੇ ਵਿਆਹ ਵਾਸਤੇ ਲਾਗੂ ਹੋਇਆ। ਆਟਾ ਦਾਲ ਦੀ ਸਕੀਮ 2007 ਚ ਅਨਾਉਂਸ ਕੀਤੀ, ਲਾਗੂ ਹੋਈ। ਇਸ ਲਈ ਅੱਜ ਵੀ ਜੋ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਤੇ ਸੁਖਬੀਰ ਸਿੰਘ ਜੀ ਬਾਦਲ ਐਲਾਨਣਗੇ ਉਹ ਬੜਾ ਸਾਰੀ ਕੈਲਕੂਲੇਸ਼ਨ ਕਰਕੇ ਕਰ ਰਹੇ ਆ। ਕਾਂਗਰਸ ਵਾਂਗੂ ਸਿਰਫ ਸੱਤਾ ਹਟਾਉਣ ਵਾਸਤੇ ਝੂਠ ਮਾਰ ਕੇ ਨਹੀਂ ਕਰ ਰਹੇ, ਜਿਵੇਂ ਅੱਜ ਦੇ ਸ਼ੁਰੂ ਹੋ ਗਏ ਆ। ਕਹਿੰਦੇ 3 ਰੁਪਏ ਬੱਤੀ ਕਰਾਂਗੇ। ਸਰਕਾਰ ਤੁਹਾਡੀ 4.5 ਸਾਲ ਤੁਸੀਂ 2.5 ਸਾਲ ਤੁਸੀਂ ਵਜ਼ੀਰ ਵਿੱਚ ਰਹੇ ਹੋ। ਜਿਹੜੇ ਬਾਕੀ ਦੇ ਵਜ਼ੀਰ ਨੇ ਉਹ ਤੁਹਾਡੇ ਨਾਲ ਖਲੋਤੇ ਨੇ, ਤੁਸੀਂ ਅੱਜ ਕਿਉਂ ਨਹੀਂ ਕਰਦੇ? ਇਸ ਤਰ੍ਹਾਂ ਦਾ ਝੂਠ ਨਹੀਂ ਬੋਲਾਂਗੇ। ਤੁਸੀਂ ਐ ਕਰੋ, ਆਪਾਂ ਮੈਂ ਤਾਂ ਆਪ ਕਹਿ ਰਿਹਾ ਜੀ ਅਸੀਂ ਲੀਗਲ ਡਾਕੂਮੈਂਟ ਦੀ ਤਰ੍ਹਾਂ ਉਹਨੂੰ ਰਿਸਪੈਕਟ ਕਰਦੇ ਆ ਔਰ ਅਸੀਂ ਲਾਗੂ ਕਰਦੇ। ਤੁਸੀਂ ਕਾਈਂਡਲੀ ਦੱਸੋ ਨਾ ਅਸੀਂ ਕਿਹੜਾ ਵਾਅਦਾ ਨਹੀਂ ਪੂਰਾ ਕੀਤਾ। ਜਿਹੜੇ ਫਲੈਗਸ਼ਿਪ ਪ੍ਰੋਗਰਾਮ ਸੀ ਸ਼੍ਰੋਮਣੀ ਅਕਾਲੀ ਦਲ ਦੀ ਅੱਜ ਚੱਲ ਰਹੇ ਆ ਔਰ ਲਾਗੂ ਵੀ ਹੋਏ ਆ। ਨਹੀਂ ਬਿਲਕੁਲ ਹੋਣਾ ਚਾਹੀਦਾ। ਬਾਦਲ ਸਾਹਿਬ ਨੇ ਆਲਰੇਡੀ ਕਹਿਤਾ ਕਿ ਮੈਨੀਫੈਸਟੋ ਸ਼ੁੱਡ ਬੀ ਟ੍ਰੀਟਡ ਐਜ਼ ਅ ਲੀਗਲ ਡਾਕੂਮੈਂਟ ਔਰ ਜਿਹੜਾ ਇਸ ਤੇ ਧੋਖਾ ਕਰੇ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ। ਬਿਲकुल बादल जी ने कहा है कि जो साडा एक वादा है कि जेड़ा बंदा यूथ खासकर NRI पढ़न जाऊगा साडी सरकार ਉਹਨਾਂ ਨੂੰ ਫੰਡ ਕਰੂਗੀ। ਹਾਂਜੀ ਉਹ ਬਾਤ ਜਦੋਂ ਤੁਹਾਨੂੰ ਲੱਗਦਾ ਨਹੀਂ ਅਸੀਂ ਪੰਜਾਬ 'ਚ ਐਵੇਂ ਦਾ ਐਜੂਕੇਸ਼ਨ ਸਿਸਟਮ ਲਿਆਈਏ ਕਿ ਸਾਡਾ ਯੂਥ ਬਾਹਰ ਪੜ੍ਹਨ ਹੀ ਨਾ ਜਾਵੇ। ਇਸ ਤਰ੍ਹਾਂ ਜੀ ਦੇਖੋ ਆਜ਼ਾਦ ਮੁਲਕ ਹੈ। ਕੌਣ ਕਿੱਥੇ ਪੜ੍ਹਨਾ ਚਾਹੁੰਦਾ, ਕੌਣ ਕੀ ਕੱਪੜੇ ਪਾਉਣਾ ਚਾਹੁੰਦਾ, ਕੌਣ ਕੀ ਖਾਣਾ ਚਾਹੁੰਦਾ। ਲੋਕਤੰਤਰ ਦੀ ਇਹੀ ਖੂਬੀਅਤ ਹੈ। ਇਹ ਕੋਈ ਤਾਲਿਬਾਨ ਦਾ ਰਾਜ ਨਹੀਂ ਹੈ ਕਿ ਜੋ ਅਸੀਂ ਕਵਾਂਗੇ ਉਹ ਤੁਸੀਂ ਮੰਨੋਗੇ। ਇੱਥੇ ਹਰ ਬੰਦੇ ਨੂੰ ਹੱਕ ਹੈ ਕਿ ਉਹ ਜੋ ਮਰਜ਼ੀ ਖਾਵੇ, ਜੋ ਮਰਜ਼ੀ ਪੜ੍ਹੇ, ਜੋ ਮਰਜ਼ੀ ਧਿਆਵੇ। ਇਸ ਲਈ ਹਾਂ ਉਹਦੀ ਮਦਦ ਵਾਸਤੇ ਦੇਖੋ ਇੱਕ ਡਿਮਾਂਡ ਐਂਡ ਸਪਲਾਈ ਦਾ ਵੀ ਇਸ਼ੂ ਹੈ। ਬਾਹਰਲੀ ਵੈਸਟਰਨ ਪੋਪੂਲੇਸ਼ਨ, ਯੂਰਪ ਦੀ ਪੋਪੂਲੇਸ਼ਨ ਏਜਿੰਗ ਪੋਪੂਲੇਸ਼ਨ ਹੈ। ਉੱਥੇ ਯੰਗਸਟਰ ਦੀ ਡਿਮਾਂਡ ਹੈ। ਡਿਮਾਂਡ 2 ਦੇਸ਼ ਪੂਰੇ ਕਰ ਸਕਦੇ ਆ, ਜਾਂ ਚਾਈਨਾ ਤੇ ਚਾਹੇ ਭਾਰਤ। ਇਸ ਲਈ ਉਸ ਗੱਲ ਨੂੰ ਤੁਸੀਂ ਕਦੇ ਰੋਕ ਨਹੀਂ ਸਕਦੇ। ਮਗਰ ਹਾਂ ਪੰਜਾਬ 'ਚ ਵਧੀਆ ਐਜੂਕੇਸ਼ਨ ਦਾ ਸਿਸਟਮ ਹੋਵੇ ਜੋ ਅੱਜ ਤਹਿਸ-ਨਹਿਸ ਕਰਤਾ ਗਿਆ। ਪੰਜਾਬ 'ਚ ਮੈਰੀਟੋਰੀਅਸ ਸਕੂਲ ਖੋਲ੍ਹੇ ਗਏ, ਯੂਨੀਵਰਸਿਟੀਆਂ ਬਣਾਈਆਂ ਗਈਆਂ, ਉਹਨਾਂ ਤੋਂ ਹੀ ਕੋਰਸ ਕਰਕੇ ਬੱਚੇ ਬਾਹਰ ਗਏ। ਮਗਰ ਅੱਜ ਬੱਚਾ ਆਪਦੀ ਜ਼ਮੀਨ ਨਾ ਵੇਚੇ, ਅਸੀਂ ਉਹਨਾਂ ਨੂੰ ਇੰਟਰਸਟ ਫ੍ਰੀ ਲੋਨ ਦੇ ਰਹੇ ਹਾਂ ਕਿ ਉਹ ਵਧੀਆ ਤਾਲੀਮ ਹਾਸਲ ਕਰਕੇ 3 ਸਾਲ ਪੰਜਾਬ ਦੀ ਸੇਵਾ ਕਰਨ। ਉਹਨੇ ਚਿਰ 'ਚ ਉਹਨਾਂ ਦਾ ਲੋਨ ਲੱਥ ਜਾਏ ਵਿਦ 0 ਇੰਟਰਸਟ ਚਾਰਜ। ਇੱਕ ਸਿਸਟਮ ਬਣਾ ਰਹੇ ਜਿਹਦੇ ਨਾਲ ਵਧੀਆ ਹਿਊਮਨ ਰਿਸੋਰਸ, ਜਿਹੜਾ ਵਧੀਆ ਦਿਮਾਗ ਹੈ, ਬ੍ਰੇਨ ਹੈ, ਉਹ ਦੇਸ਼ ਲਈ ਕੰਮ ਵੀ ਕਰੇ ਔਰ ਉਹਦੇ ਹੁਨਰ ਦੀ ਡਿਵੈਲਪਮੈਂਟ ਔਰ ਉਹਨੂੰ ਰੈਕਗਨੀਸ਼ਨ ਵੀ ਮਿਲ ਸਕੇ।
ਯਾਰ ਇਹ ਕਿਹਦਾ ਤੀਸਰਾ ਮੋਰਚਾ ਬਣਾਇਆ ਗਿਆ ਸੀ? ਹੈ ਜੀ ਸੰਯੁਕਤ ਅਕਾਲੀ ਦਲ ਤੀਸਰਾ ਮੋਰਚਾ ਬਣਿਆ ਜੀ। ਤੁਹਾਨੂੰ ਮੇਰੇ ਤੋਂ ਬਾਅਦ ਨਾਲੇ ਸਵਾਲ ਪੁੱਛਦੇ ਹੋ ਨਾਲੇ ਹੱਸਦੇ ਹੋ, ਇਹਦਾ ਜਵਾਬ ਲੁਕੋ। ਵੈਰੀ ਇੰਪੋਰਟੈਂਟ ਤੁਸੀਂ ਸਵਾਲ ਕੀਤਾ ਹੈ। तालिबान ने जो हालात माइनॉरिटी के, चाहे वो हिंदू भाईचारे का है, चाहे वो सिख भाईचारे का है, चाहे वो क्रिश्चियन भाईचारे का है, जो हालात तालिबान में माइनॉरिटी के बने, उसके लिए गवर्नमेंट ऑफ पंजाब और गवर्नमेंट ऑफ इंडिया को रल मिल के एक दूसरे का सहयोग देते हुए जितने भी वहाँ पे पंजाबी या हिंदू या और वीर क्रिश्चियन वीर बैठे हैं उनको वापस लाने का काम करे और उनको रिहैबिलिटेट करा जाए, क्योंकि उनका आगे भी आपको भी पता है एक ज़माने में लाखों की गिनती में थे, आज 500-700 की गिनती रह गई है। और जो हालात उधर बने हैं, अगर इमीडिएटली इवैक्यूएशन ना हुई तो मेरे को अफसोस से कहना पड़ेगा, बात कहनी पड़ेगी कि बहुत बड़ा नुकसान हमारे जैसे गुरुद्वारा साहिबानों को उधर हो रहा है, फिर जानी माली भी हो सकता है। और जो मौजूदा कांग्रेस के प्रधान हैं, उनके एडवाइज़र जैसे बयान दे रहे हैं, इससे पंजाब का या देश का भला होने वाला नहीं, ऐसी ताकतों को तालिबान सोच वालों को बल मिलने वाला है और देश का नुकसान होने वाला है। ਗੰਭੀਰ ਆਰੋਪ ਲੱਗੇ ਨੇ ਰੇਪ ਦੇ ਤੇ ਦੋ ਔਰਤਾਂ ਜਿਹੜੀਆਂ ਬਾਹਰ ਬੈਠੀਆਂ ਕਮਿਸ਼ਨਰ ਦਫ਼ਤਰ ਦੇ ਮੰਗ ਨੂੰ ਲੈ ਕੇ ਕਿ ਗ੍ਰਿਫਤਾਰੀ ਹੋਵੇ ਉਹਨਾਂ ਦੀ। ਯਾਰ ਇੱਕ ਨਾ ਤੁਸੀਂ ਸਹੀ ਸਵਾਲ ਕਰੋ, ਆਰੋਪ ਨਹੀਂ ਲੱਗੇ, ਆਰੋਪ ਸਿੱਧ ਹੋ ਗਏ ਆ। ਬੈਂਸ ਤੇ ਜਿਹੜਾ ਆਰੋਪ ਹੈ ਉਹ ਲੋਅਰ ਕੋਰਟ ਨੇ ਸਿੱਧ ਕਰਤਾ ਔਰ ਕਿਹਾ ਕਿ ਇਹਦੀ ਕਸਟੋਡੀਅਲ ਇੰਟਰੋਗੇਸ਼ਨ ਹੋਵੇ, ਪੀੜਤਾ ਨੂੰ ਇਨਸਾਫ ਮਿਲੇ। ਕਿਉਂ ਨਹੀਂ ਪੁਲਿਸ ਕਰ ਰਹੀ ਉਹ ਕਾਰਵਾਈ? ਕਿਉਂਕਿ ਉਹਦੇ ਪਿੱਛੇ ਕਾਂਗਰਸ ਨਾਲ ਫਿਕਸਡ ਮੈਚ ਚੱਲ ਰਿਹਾ। ਜਿਹੜੇ ਮੌਜੂਦਾ ਸੀਪੀ ਨੇ, ਜਿਸ ਦਿਨ ਸਰਕਾਰ ਬਦਲੂਗੀ ਹੀ ਵਿਲ ਬੀ ਚਾਰਜ ਸ਼ੀਟਡ। ਇਹਨਾਂ ਦੀ ਸਵਾਲ ਜਵਾਬ ਇਹਨਾਂ ਨੂੰ ਦੇਣਾ ਪੈਣਾ, ਜਵਾਬ ਦੇਣਾ ਪੈਣਾ। ਇਹਨਾਂ ਨੂੰ ਸ਼ੋ ਕਾਜ਼ ਨੋਟਿਸ ਇਸ਼ੂ ਹੋਣਾ ਕਿ ਤੁਸੀਂ ਹਾਈ ਕੋਰਟ ਦੇ ਆਰਡਰ ਦੀ ਉਲੰਘਣਾ ਕਿਉਂ ਕੀਤੀ। ਔਰ ਮੇਰਾ ਵੀਰ ਹਾਲੇ ਤਾਂ ਜੇ ਉਹ ਭੈਣਾਂ ਸਾਡੀਆਂ ਬੜੀਆਂ ਹਿੰਮਤੀ ਨੇ ਜਿਹੜੀਆਂ ਬਹਿ ਗਈਆਂ ਨੇ, ਜੇ ਇਹਦੀ ਸਹੀ ਤਰੀਕੇ ਨਾਲ ਜਾਂਚ ਹੋ ਜੇ, ਜੇ ਪੀੜਤਾਂ ਨੂੰ ਸਿਕਿਉਰਿਟੀ ਮਿਲ ਜੇ ਤੇ ਇਹ ਗਿਣਤੀ 100 ਦੇ ਨੇੜੇ ਤਾਂ ਜਾ ਸਕਦੀ ਹੈ। ਇਹਨਾਂ ਨੇ ਰੋਜ਼ ਕਿਸੇ ਨਾ ਕਿਸੇ ਦਾ ਦਿਮਾਗੀ ਸਰੀਰਕ ਸ਼ੋਸ਼ਣ ਕਰਨ ਦੇ ਇਹ ਮਾਰ ਰਹੇ ਆ, ਇਹ ਗੱਲ ਦਾ ਆਮ ਚਰਚਾ ਹੈ ਜੀ। 2022 ਤੋਂ ਅਕਾਲੀ ਦਲ ਦੀ ਕਿਸ ਤਰ੍ਹਾਂ ਦੀ ਤਿਆਰੀ ਹੈਗੀ ਹੈ ਜੀ? ਤੁਹਾਡੀ ਮਿਹਰਬਾਨੀ ਨਾਲ ਵਧੀਆ ਤਿਆਰੀ ਹੈ। ਥੈਂਕ ਯੂ।